अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਦੋਸਤੋ ਅੱਜ ਆਪਾਂ ਫੀਲਡ 'ਚ ਮੌਜੂਦ ਹਾਂ ਜਨਾਬ। ਆਲੂ ਦੀ ਫਸਲ ਹੈ ਤੇ ਇੱਥੇ ਜਨਾਬ ਆਲੂਆਂ ਦੀ ਹੁੰਦੀ ਵੀ ਪਟਾਈ, ਉਹ ਵੀ ਤੁਹਾਨੂੰ ਵਿਖਾਵਾਂਗਾ। ਉਸ ਤੋਂ ਪਹਿਲੇ ਸਾਡੇ ਨਾਲ ਕਿਸਾਨ ਬਾਈ ਨੇ ਮੀਆਂ ਮੁਹੰਮਦ ਅਸ਼ਰਫ ਸਾਹਿਬ, ਉਹਨਾਂ ਕੋਲ ਹੈ ਬਿਜਲੀ ਦਾ ਬਿੱਲ। ਇਹ ਬਿਜਲੀ ਦਾ ਘਰ ਵਾਲਾ ਨਹੀਂ ਹੈਗਾ, ਇਹ ਟਿਊਬਵੈੱਲ ਦਾ ਬਿੱਲ ਹੈ ਤੇ ਉਹ ਬੜਾ ਕਰਲਾਂਦਾ ਪਿਆ ਹੈ ਤੇ ਕਹਿੰਦਾ ਵੀ ਬੜੀ ਜ਼ਿਆਦਤੀ ਸਾਡੇ ਨਾਲ ਹੋਈ ਹੈ ਤੇ ਅਸਲ ਬਿੱਲ ਸਾਡਾ ਇੰਨਾ ਬਣਦਾ ਹੈ ਤੇ ਕੋਈ ਫਿਊਲ ਐਡਜਸਟਮੈਂਟ ਹੁੰਦੀ ਹੈ, ਤੇਲ ਦਾ ਟੈਕਸ ਹੁੰਦਾ ਹੈ, ਉਹ ਇੰਨਾ ਲੱਗਿਆ ਹੋਇਆ ਹੈ ਤੇ ਉਹਦੀ ਜ਼ਬਾਨੀ ਸੁਣਨੇ ਹੈ ਵੀ ਕਿੰਨੀਆਂ ਸਹੂਲਤਾਂ ਹੁਕੂਮਤ ਦਿੰਦੀ ਪਈ ਹੈ ਤੇ ਕਿੰਨੇ ਟੈਕਸ ਠੋਕਦੀ ਪਈ ਹੈ। ਆਓ ਗੱਲ ਕਰੀਏ। अस्सलाम वालेकुम जी। वालेकुम सलाम जी। अशरफ भाई की हाल ने? ठीक ठाक जी। अशरफ भाई घर का बिजली का बिल है या ट्यूबवेल का है? ਇਹ ਟੁਗਲ ਦਾ ਬਿੱਲ ਹੈ ਜੀ। ਮੈਂ ਇਸ ਵਜ੍ਹਾ ਤੇ ਫੜੀ ਕਰਾਂ ਕਿ ਆਪਣਾ ਜਿਹੜਾ ਬਿੱਲ ਹੈ ਨਾ, ਉਹ ਜਿਹੜੀਆਂ ਯੂਨਿਟਾਂ ਆਪਾਂ ਤਾਰੀਆਂ ਨੇ ਸਾੜੀਆਂ ਨੇ ਕਿ ਉਹਨਾਂ ਦਾ 9,500 ਰੁਪਇਆ ਬਿੱਲ ਹੈ। ਸਾਹਮਣੇ ਖੜਾ ਹੋਇਆ ਬਿੱਲ ਆਉਂਦਾ ਹੈ। ठीक हो ਉਹ गया। ਤੋਂ ਆ ਤੇਲ ਟੈਕਸ ਉਹਨਾਂ 5200 ਰੁਪਇਆ ਲਾ ਦਿੱਤਾ, ਜਿਸ ਤਰ੍ਹਾਂ 5-6 ਟੈਕਸ ਲਾ ਤੇ ਬਿੱਲ 20,000 ਰੁਪਇਆ ਕਰ ਦਿੱਤਾ। 20,334 रुपए। 34 ਰੁਪਇਆ। अच्छा, ਇਹਦੇ ਵਿੱਚ ਉਹਦਾ ਟੈਕਸ ਲਾਵਣ ਕਿ ਸਿੱਧਾ ਸਾਵਾ ਤਰੀਕੇਕਾਰੀ ਦੱਸਣ ਕਿ ਵੀ ਇਹਦੀ ਯੂਨਿਟ ਦੇ ਇੰਨੇ ਪੈਸੇ ਬਣਦੇ ਨੇ, ਇੰਨੇ ਭਰਨੇ ਨੇ। ਉਹਦੇ ਜ਼ਿਮੀਂਦਾਰ ਨੂੰ ਅੱਛਾ ਤਰੀਕਾ ਲੱਗਦਾ ਤਾਂ ਮੋਟਰ ਚਲਾ ਲਵਾ ਸਕਦੇ, ਜੇ ਨਹੀਂ ਲੱਗਦਾ ਤਾਂ ਨਾ ਲਵਾਵਣ। सही। ਵੀ ਇਹਦੇ ਵਿੱਚ 10,000 ਦੀ ਸਾਰੀ ਦੀ 20,000 ਬਿੱਲ ਘਾਲ ਦਿੰਦੇ ਨੇ। ਘਰ ਦੇ ਵੀ ਇਸੇ ਤਰ੍ਹਾਂ ਹਨ ਕਿ ਜਿਹੜੇ ਅੱਗੇ 4,000 ਬਿੱਲ ਆਉਂਦੇ ਸਨ, ਉਹ 6-7 ਰੁਪਏ ਨੇ। ਜਿਹੜਾ 1,000 ਰੁਪਇਆ ਆਉਂਦਾ ਸੀ ਉਹ 2,000 ਆਇਆ ਪਿਆ ਹੈ। ਇਸੇ ਤਰੀਕੇ ਕੇ ਇੱਕ ਮੇਰਾ ਆਪ ਦਾ ਸ਼ਹਿਰ ਬਸੀਰਪੁਰ ਗਲਾਨੀ ਚੌਂਕ ਵਿੱਚ ਇੱਕ ਪਲਾਟ ਮੈਂ ਲਿਆ ਹੈ, ਖਰੀਦਾ ਹੈ अच्छा, ਕਿ ਉਸ ਗਲੀ ਦੇ ਵਿੱਚ ਜਿਹੜਾ ਹੈ ਨਾ, ਜੋ ਖੰਭਾ ਅੱਗੇ ਲੱਗਿਆ ਖੜਾ ਹੈ, ਅੱਗੇ ਬਾਕੀ ਸਾਰੇ ਲੋਹੇ ਦੇ ਲੱਗੇ ਹੋਏ ਨੇ, ਉਹ ਇੱਕ ਸੀਮੈਂਟ ਦਾ ਲੱਗਿਆ ਹੋਇਆ ਹੈ। ਉਹ ਗੈਰ ਕਾਨੂੰਨੀ ਤੋਂ ਹੀ ਬੰਦਿਆਂ ਲਾ ਲਿਆ ਸੀ ਕਿ ਉਹਦੇ ਵਿੱਚ ਨਾ ਵਾਪਟਾਂ ਨਾਲ ਲਵਾਇਆ ਤੇ ਨਾ ਕੁਝ ਹੈ ਕਿ ਉਹਨਾਂ ਆਦੇ ਤਰੀਕੇਕਾਰੀ ਨਾਲ ਪਲਾਟ ਦੇ ਵਿੱਚ ਲਾਇਆ ਗਿਆ। ਉਹ ਪਲਾਟ ਆਪ ਨੂੰ ਉਹ ਤਕਲੀਫ ਬੜੀ ਦਿੰਦਾ ਹੈ। मतलब खंभा ਤੁਹਾਨੂੰ ਨੁਕਸਾਨ ਦਿੰਦਾ ਹੈ ਹਾਂ, ਤੁਹਾਡੇ ਘਰ ਬਣਾਉਣ ਵਾਸਤੇ। ਬਣਾਉਣ ਵਾਸਤੇ ਤਾਰਾਂ ਵੀ ਉੱਤੇ ਆ ਜਾਣਾ, ਬੱਚਿਆਂ ਵਿੱਚ ਜਲਣਾ, ਬੜਾ ਵਾਧਾ ਘਾਟਾ ਹੋ ਸਕਦਾ ਹੈ। ਉਹਦੇ ਵਿੱਚ ਵੀ ਏਸੀ ਸਾਹਿਬ ਕੋਲ ਵੀ ਗਏ, ਦਰਖਾਸਤ ਕੀਤੀ ਹੈ, ਐਕਸੀਜਨ ਸਾਹਿਬ ਕੋਲ ਵੀ ਕੀਤੀ ਹੈ, ਐਸਡੀਓ ਕੋਲ ਵੀ ਕੀਤੀ ਹੈ। ਐਸਡੀਓ ਤੇ ਗੱਲ ਤੇ ਮੰਨਦਾ ਹੀ ਨਹੀਂ ਨਾ। ਉਸ ਤੋਂ ਬਾਅਦ ਤੇ ਉਹਨਾਂ ਆਖਿਆ ਸੀ ਜੀ ਤੁਸੀਂ ਅਸਾਂ ਇਹ ਤਰੀਕਾ ਕੀਤਾ ਵੀ ਤੁਹਾਡਾ ਇਹਦੇ ਵਿੱਚ ਤਾਂ ਕੋਈ ਚੀਜ਼ ਵੀ ਨਹੀਂ ਪੈਣੀ, ਇਹਦਾ 30,000 ਦਾ ਡਿਮਾਂਡ ਨੋਟਿਸ ਬਣਵਾਓ। ਉਹਦੇ ਵਿੱਚ ਨਾ ਤਾਂ ਖੰਭਾ ਪੈਂਦਾ ਹੈ, ਨਾ ਕੋਈ ਬਾਲਾ ਪੈਂਦਾ, ਨਾ ਕੋਈ ਚੀਜ਼ ਵੀ ਨਹੀਂ ਪੈਂਦੀ। मतलब ਉਹ ਜਿਹੜਾ ਖੰਭਾ ਹੈ ਉਹਨੂੰ ਤੁਹਾਡੇ ਦਰਵਾਜ਼ੇ ਤੋਂ ਕੋਈ 4 ਫੁੱਟ ਦੂਰ ਕਰਨਾ 2 ਹੈ। ਫੁੱਟ ਸਿਰਫ ਕਰਨਾ ਸੀ। 2 ਫੁੱਟ ਦੂਰ ਕਰਨਾ ਹੈ। ਆਪਣਾ ਵੀ ਕੰਮ ਹੋ ਜਾਵੇ ਤੇ ਉੱਥੇ ਬਾਜ਼ਾਰ ਕਿਸੇ ਗੱਲ ਨੂੰ ਉਸ ਖੰਭੇ ਦੀ ਤੰਗੀ ਤਕਲੀਫ ਆਂਢੀ ਗੁਆਂਢੀ ਨੂੰ ਵੀ ਨਹੀਂ ਹੋ ਸਕਦੇ। मतलब रुकावट दूर हो जावे। ਹਾਂ, ਉਸ ਤੋਂ ਆਪਾਂ ਆਂਢੀ ਗੁਆਂਢੀ ਕੋਲ ਵੀ ਪੁੱਛਿਆ ਗਿਆ ਹੈ ਕਿ ਅਗਰ ਆਪਾਂ ਖੰਭਾ ਸੀ ਅਗਾ ਕਰਨੇ ਕਿ ਤੁਹਾਨੂੰ ਤਰਾਜ਼ ਹੈ ਇਹਦਾ। ਉਹਨਾਂ ਕਹਾ ਯਾਰ ਤੇਰਾ ਨੁਕਸਾਨ ਹੁੰਦਾ ਹੈ ਕਿ ਤੂੰ ਇਹਨੂੰ ਖੰਭਾ ਕਰ ਲੈ, ਸਾਨੂੰ ਕੋਈ ਇਹਦੀ ਪ੍ਰੋਬਲਮ ਨਹੀਂ ਹੈ। ਸਾਰਿਆਂ ਕੋਲ ਦਰਖਾਸਤਾਂ ਦਿੱਤੀਆਂ ਗਈਆਂ। ਉਹ ਖੰਭਾ ਜਨਾਬ ਜੀ ਉਹਨਾਂ ਕਹਾ ਜੀ ਚਲੋ, ਉਹਨਾਂ ਕਹਾ ਵੀ ਨਹੀਂ ਅਸੀਂ ਪਟਣਾ ਹੈ। ਮੈਂ ਕਹਾ ਮੈਂ ਸਿਵਲ ਬੰਦਾ ਲੈ ਆਣਾ, ਉਸ ਕੋਲ ਪਟਵਾ ਕੇ ਅੱਗੇ ਕਰਵਾ ਦੇਣਾ। ਉਹਨਾਂ ਕਹਾ ਵੀ ਇਹ ਖੰਭਾ ਟੁੱਟ ਜਾਵੇ। ਉਹਦੀ ਤਰੀਕੇਕਾਰੀ ਕੀ ਹੈ ਕਿ ਮੱਲੇ ਵਾਲੇ ਹਾਲ ਪਾ ਦੇ ਸੰਦੇ। ਉਹਨਾਂ ਕਹਾ ਵੀ ਆਹ ਤਾਂ ਖੰਭਾ ਤੁਸੀਂ ਸਾਨੂੰ ਸ਼ੋਅ ਕਰਾ ਦਿਓ। ਅਸੀਂ ਜ਼ਿਮੀਂਦਾਰ ਕੋਲ ਪੁੱਛਿਆ ਕਿ ਫਾਲਤੂ ਖੰਭਾ ਉਹਨਾਂ ਕੋਲ ਪਿਆ ਸੀ। ਉਹਨਾਂ ਨੂੰ ਅਸਾਂ ਕਿਹਾ ਵੀ ਮਿਹਰਬਾਨੀ ਕਰੋ ਕਿ ਸਾਨੂੰ ਖੰਭਾ ਦਿੱਤਾ ਜਾਵੇ ਤੇ ਅਸੀਂ ਆਹ ਦਾ ਖੰਭਾ ਉਹ ਲਾ ਲੈਂਦੇ ਹਾਂ। ਪਹਿਲੀ ਗੱਲ ਤਾਂ ਪੁੱਛਣਾ ਨਹੀਂ, ਅਸੀਂ ਵੀ ਲਾ ਲੈਣਾ। ਅਗਰ ਤਰੀਕੇਕਾਰੀ ਜੋ ਟੁੱਟ ਵੀ ਸਕਦਾ ਹੈ, ਖੰਭਾ ਸ਼ੋਅ ਕਰਾਇਆ ਗਿਆ ਵੀ ਅਸੀਂ ਇਹ ਲਾ ਦਿੰਦੇ ਹਾਂ। ਉਹਨਾਂ ਉੱਥੇ ਵੀ ਗੱਲ ਪਹੁੰਚਾ ਕੇ ਖੰਭਾ ਸਾਡੇ ਕੋਲ ਮੰਗ ਕੇ ਸਾਰਾ ਕੁਝ ਕਰਦੇ। ਐਸਡੀਓ ਸਾਹਿਬ ਨੇ ਮੋੜ ਵੀ ਹੁੰਦਾ ਡਿਮਾਂਡ ਨੋਟਿਸ ਹੀ ਬਣਾਇਆ ਹੈ। डिमांड नोटिस ही बनाया है। ਕੋਈ ਤਰੀਕੇਕਾਰੀ ਇਹਦੇ ਵਿੱਚ ਨਾ ਤਰੀਕੇਕਾਰੀ ਹੋਣੀ ਚਾਹੀਦੀ ਹੈ ਕਿ ਐਕਸੀਜਨ ਸਾਹਿਬ ਕੋਲ ਏਸੀ ਸਾਹਿਬ ਕੋਲ ਗਿਆ ਹੈ। ਏਸੀ ਸਾਹਿਬ ਨੇ ਹੁਕਮ ਦਿੱਤਾ ਹੈ ਐਕਸੀਜਨ ਨੂੰ, ਐਕਸੀਜਨ ਦਿੱਤਾ ਹੈ ਐਸਡੀਓ ਨੂੰ। ਇੱਕ ਛੋਟਾ ਅਫਸਰ ਹੈ ਉਹਨੇ ਵੇਖ ਲਿਆ ਕਿ ਕਿਸੇ ਦੇ ਨਾ ਵੱਡੇ ਅਫਸਰ ਦੇ ਕੋਈ ਉਹਨੇ ਹਲਿਆਜ ਨਹੀਂ ਕੀਤਾ, ਕੋਈ ਉਸਨੇ ਉਹਦੇ ਤਰੀਕੇਕਾਰੀ ਨਹੀਂ ਕੀਤੇ। मतलब भी छोटा अफसर भी बड़ा अफसर आकड़ गया। ਆਕੜ ਗਿਆ ਅਫਸਰ। ਉਹਨੇ ਵੱਡੇ ਅਫਸਰ ਦੀ ਵੀ ਕੋਈ ਤਰੀਕੇਕਾਰੀ ਨਹੀਂ ਕੀਤੀ, ਕੋਈ ਅਦਬ ਨਹੀਂ ਕੀਤਾ, ਕੋਈ ਉਸ ਦੀ ਤਰੀਕੇਕਾਰੀ ਨਹੀਂ ਕੀਤੀ ਕਿ ਅਦਬ ਹੁੰਦਾ ਹੈ। ਸੀਨੀਅਰ ਜੂਨੀਅਰ ਦਾ ਕਿਸ ਵਜ੍ਹਾ ਤੋਂ ਹੁੰਦਾ ਹੈ ਕਿ ਸੀਨੀਅਰ ਜੂਨੀਅਰ ਦਾ ਹੁਕਮ ਹੁੰਦਾ ਹੈ ਵੀ ਸੀਨੀਅਰ ਬੰਦਾ ਹੁਕਮ ਦਿੰਦਾ ਹੈ, ਜੂਨੀਅਰ ਬੰਦਾ ਹੁੰਦਾ ਹੈ। ਫੌਜ ਦੇ ਵਿੱਚ ਵੀ ਇਹ ਤਰੀਕੇਕਾਰੀਆਂ ਨੇ। ਕੋਈ ਵੀ ਗੌਰਮੈਂਟ ਦਾ ਦਾਇਰਾ ਹੈ ਨਾ, ਉਸ ਦੇ ਵਿੱਚ ਸੀਨੀਅਰ ਜੂਨੀਅਰ ਦਾ ਤਰੀਕੇਕਾਰੀ ਹੈ, ਅਦਬ ਹੁੰਦਾ ਹੈ। ਉਹ ਅਦਬ ਕਰਨਾ ਚਾਹੀਦਾ ਹੈ ਕਿ ਇਹਦੇ ਵਿੱਚ ਉਹਨੇ 2 ਅਫਸਰਾਂ ਦਾ ਅਬਦ ਨਹੀਂ ਕੀਤਾ।
ਲੇਕਿਨ ਉਹਨਾਂ ਅਫਸਰਾਂ ਨੂੰ ਦੁਬਾਰਾ ਪੁੱਛਣਾ ਚਾਹੀਦਾ ਸੀ ਕਿ ਯਾਰ ਤੂੰ ਸਾਡਾ ਅਦਬ ਕਿਉਂ ਨਹੀਂ ਕੀਤਾ ਹੈ। ਸਾਨੂੰ ਅੱਲਾ ਨੇ ਅਦਬ ਦਿੱਤਾ ਹੈ ਤੇ ਤੂੰ ਸਾਡਾ ਅਦਬ ਕਿਉਂ ਨਹੀਂ ਕੀਤਾ ਵੀ ਕੀ ਤਰੀਕੇਕਾਰੀ ਹੈ। ਕੋਈ ਉਹਦੀ ਪੁੱਛ ਛਾਣ ਨਹੀਂ ਹੋਈ ਕਿ ਉਹਦਾ ਡਿਮਾਂਡ ਨੋਟਿਸ ਬਣਾਇਆ ਤੇ ਇਹਦੇ ਨਾਲ ਕਿ ਗੌਰਮੈਂਟ ਬਹੁਤ ਕਮਜ਼ੋਰ ਜਾ ਰਹੀ ਹੈ। ਕੋਈ ਉਹਨਾਂ ਦਾ ਰੌਲਾ ਨਹੀਂ ਕਿ ਕੱਲ ਮੈਂ ਹੱਥੀਂ ਵੇਖਿਆ ਕਿ ਥਾਣੇ ਬਸ਼ੀਰਪੁਰ ਦੇ ਵਿੱਚ ਲੈਣਾ ਵਿੱਚ ਕਿਸਾਨਾਂ ਨੂੰ ਲਾ ਕੇ ਖਾਦ ਦੇ ਰਹੇ ਨੇ। ਉਹਨਾਂ ਵਿੱਚੋਂ ਉਹਨਾਂ ਦਾ ਦਿਲ ਮੰਨਿਆ ਨੇ ਕਿ ਅਸਾਂ 20 ਕਿਸਾਨਾਂ ਨੂੰ ਖਾਦ ਦੇਣੀ ਹੈ। ਉਹ ਤੋਂ ਸਿੱਧਾ ਪੁਲਿਸ ਵਾਲਿਆਂ ਨੇ ਪਾ ਦਿੱਤਾ, ਪਿਛਲਿਆਂ ਨੂੰ ਸੱਟ ਡੰਡੇ ਸੋਟੇ ਮਾਰ ਕੇ ਭਜਾ ਦਿੱਤਾ ਹੈ ਕਿ ਇੱਕ ਚੀਜ਼ ਪੈਸਿਆਂ ਨਾਲ ਲੈਣੀ ਹੈ, ਪੈਸਿਆਂ ਨਾਲ ਦੇਣੀ ਹੈ ਕਿ ਉਹਨਾਂ ਮੁਨਾਫਾ ਦੇ ਕੇ ਦੇਣੀ ਹੈ। ਤੇ ਕਿਸਾਨ ਵਾਲਿਆਂ ਨੂੰ ਇੰਨੀ ਤੰਗੀ ਦੇਣੀ ਨੇ ਕਿ ਮੁੜ ਇਹਦੇ ਨਾਲ ਕੋਈ ਨਾ ਜ਼ਹਿਰ ਦੇ ਦੇਵਣ ਤਾਂ ਖਤਮ ਕਰ ਦੇਵਣ। ਕਿਸਾਨ ਦਾ ਖਤਮ ਹੋ ਗਿਆ, ਮੁਲਕ ਵੀ ਖਤਮ ਹੀ ਹੋਣਾ ਹੈ। ਜਦੋਂ ਕਿਸਾਨ ਖਤਮ ਹੋ ਜਾਵੇ ਮੁਲਕ ਕੀ ਆਬਾਦ ਹੋ ਜਾਸੀ ਦਾ ਨਹੀਂ ਇਹਦੇ ਕੋਈ ਤਰੀਕੇਕਾਰੀ ਹੋਵੇ, ਕੋਈ ਆਲੂਆਂ ਦਾ ਕਿਸਾਨ ਦਾ ਸੋਚਿਆ ਜਾਵੇ ਕਿ ਇਹਦਾ ਰੇਟ ਫਿਕਸ ਹੋ ਜਾਵੇ। ਕੋਈ ਤਰੀਕੇਕਾਰੀ ਹੋਣੀ ਚਾਹੀਦੀ ਕਿ ਹਰ ਕੰਮ ਦੀ ਤਰੀਕੇਕਾਰੀ ਹੈ। ਉਹ ਜਿਹੜਾ ਵਜ਼ੀਰ ਆਜ਼ਮ ਦਾ ਇੱਕ ਛੋਟਾ ਵਜ਼ੀਰ ਹੈ ਉਹ ਕਹਿੰਦਾ ਵੀ ਖਾਦ ਐ ਸੋਰੀ ਚੋਖੀ ਲਾਉਂਦੇ ਪੈਣ ਆਵਾਮ ਹੈ। ਤੁਸੀਂ ਚੋਖੀ ਲਾਉਂਦੇ ਪੈਣ ਖਾਦ ਕਿ ਪੂਰੀ ਲੱਗਦੀ ਪਈ ਹੈ। ਪਰ ਮੈਂ 4 ਲੱਖ ਰੁਪਏ ਦੀ ਡੀਆਪੀ ਲਈ ਹੈ ਤੇ ਮੇਰੇ ਕੋਲ 50 ਕਿੱਲਾ ਜ਼ਮੀਨ ਹੈਗਾ ਸੀ। ਅੱਛਾ, ਉਹਦੇ ਚ ਮੈਂ 30 ਕਿੱਲੇ ਆਲੂ ਗੱਡੇ ਸਨ, 30 ਕਿੱਲੇ ਆਲੂ ਗੱਡੇ ਸਨ ਤੇ ਕਣਕ 10 ਕਿੱਲੇ ਗੱਡੀ ਸੀ। 40 ਕਿੱਲਾ ਕੋਈ ਬਾਰੀਆਂ ਕਈ ਵਾਸਤੇ ਜ਼ਮੀਨ ਛੱਡੀ ਸੀ ਕਿ ਉਹ ਡੀਆਪੀ ਮੇਰੀ ਸਾਰੀ ਫਸਲ ਗੱਡ ਗਡਾ ਤੇ ਵੀ ਕਿ ਮੇਰੇ ਕੋਲ 4 ਬੋਰੀਆਂ ਦਾ ਵੀ ਹੋ ਗਈਆਂ ਸਾਰਾ। ਐਤਕੀ ਯੂਜਾ ਡੀਆਪੀ ਮੈਂ 8 ਲੱਖ ਰੁਪਏ ਦੀ ਲਈ ਹੈ ਤੇ ਕਣਕ 10 ਕਿੱਲੇ ਗੱਡੀ ਹੈ। ਉਹਨੂੰ ਅੱਧੀ ਬੋਰੀ ਮੈਂ ਡੀਆਪੀ ਪਾਈ ਹੈ। ਜੋ ਫਸਲ ਮੇਰੀ ਜ਼ਮੀਨ ਖਾਲੀ ਪਈ ਤੇ ਕਿ ਉਹਦੇ ਵਿੱਚ ਜਿਹੜੀ ਖਾਦ ਪਾਵਣ ਵਾਲੀ ਸੀ ਉਹਦਾ ਵੀ ਨਹੀਂ ਬਚੀ, 8 ਲੱਖ ਵੀ ਲਗਾ ਗਿਆ। ਇਸੇ ਤਰੀਕੇ ਨਾਲ ਡੀਜ਼ਲ ਦਾ ਵੀ ਖਰਚਾ ਜ਼ਿਆਦਾ ਹੋਇਆ ਹੈ। ਬੰਦੇ ਆਂਦੇ ਨੇ ਕਿ ਖਾਦ ਜ਼ਿਆਦਾ ਪੈ ਰਹੀ ਹੈ ਕਿ ਇਸੇ ਤਰੀਕੇ ਨਾਲ ਮੈਂ ਪਰ 4.5 ਬੋਰੀਆਂ ਹਕੂਮਤੀ ਵਜ਼ੀਰ ਆਂਦਾ ਵੀ ਖਾਦ ਚੋਖੀ ਪਾਉਂਦੇ ਪੈਣ ਕਿਸਾਨ ਜੀ। ਮੈਂ 3 ਬੋਰੀਆਂ ਵੀ ਨਹੀਂ ਪਾਈਆਂ, ਪਾਉਣੀਆਂ 3 ਪਾਈਆਂ ਨੇ ਕਿ ਖਾਦ ਲੱਭ ਨਹੀਂ ਰਹੀ ਸੀ, ਇੱਕ ਮਹਿੰਗੀ ਹੋ ਰਹੀ ਸੀ। ਇੱਕ ਮੈਂ ਆਦਾ ਗੁਜ਼ਾਰਾ ਕੀਤਾ ਹੈ ਕਿ ਫਸਲ ਨੂੰ ਥੋੜੀ ਖਾਦ ਲਾ ਲੈਣਾ, ਟਾਈਮ ਤੇ ਲਾ ਲੈਣਾ, ਜਿੰਨੀ ਕੋਈ ਮੇਰੀ ਪਹੁੰਚ ਹੋਈ ਹੈ ਉਨੀ ਕੁ ਲਾਈ ਹੈ। ਅੱਗਾ ਮੇਰੀ ਅਦਾਫੀ ਜਿਹੜੀ ਹੈਗੀ ਸੀ ਉਹ ਨਾ ਪਹਿਲੇ ਹੀ ਖੋਹ ਲਈ ਹੈ। ਅਦਾਫੀ ਖਾਦ ਕਿਵੇਂ ਬੰਦੇ ਲਾਵਣ ਆਏ ਮੈਨੂੰ ਦੱਸੇ ਨਾ। ਵਜ਼ੀਰ ਆਜ਼ਮ ਦਾ ਉਹ ਇੱਕ ਵਜ਼ੀਰ ਹੀ ਹੈ ਕਿ ਉਹ ਆਂਦਾ ਕਿ ਅਦਾਫੀ ਖਾਦ ਲਾਈ ਕਿ ਪਰ ਮੈਂ ਇੱਕ ਡੀਆਪੀ 4 ਲੱਖ ਦੀ ਲੈ ਲੈਣਾ, ਜ਼ਮੀਨ ਵੀ ਨਹੀਂ ਵਧਾਈ। ਹੁਣ 8 ਲੱਖ ਦੀ ਲਈ ਤੇ ਦਾਫੀ ਮੈਂ ਕਿਦੋਂ ਖਾਦ ਲਾਵਣੀ ਹੈ। ਉਹਦਾ ਰੇਟ ਹੀ 8 ਲੱਖ ਬਣ ਗਿਆ। ਮਤਲਬ ਵੀ ਖਾਦ ਹੀ ਇੰਨੀ ਮਹਿੰਗੀ ਹੋ ਗਈ ਵੀ ਡਬਲ ਰੇਟ ਹੋ ਗਿਆ। ਹਾਂ, ਡਬਲ ਰੇਟ ਹੋ ਗਿਆ ਤੇ ਖਾਦ ਦਾਫੀ ਜਿਹੜਾ ਬੰਦਾ ਲਾ ਦੇ ਕੇ ਮੈਨੂੰ ਦੱਸੇ ਨਾ ਕਿ ਜਿਹੜਾ ਬੰਦਾ ਅੱਗੇ ਆਲੂਆਂ ਨੂੰ 4 ਬੋਰੀਆਂ ਲਾ ਸਕਦਾ ਉਹ ਇੱਥੇ 3 ਮਹੀਨੇ ਲਾ ਪਿਆ। ਨਹੀਂ ਖਾਦ ਦੁਕਾਨਾਂ ਤੇ ਤਾਂ ਕੋਈ ਨਹੀਂ ਲੱਭਦੀ ਪਈ ਨਾ। ਨਹੀਂ ਕੋਈ ਨਹੀਂ ਲੱਭਦੀ ਪਈ ਆ। ਤੁਹਾਡੇ ਸਾਹਮਣੇ ਵੀਡੀਓ ਬਣੀ ਹੈ, ਥਾਣੇ ਦੇ ਵਿੱਚ ਬੰਦੇ ਕੁੱਟੀਜ ਰਹੇ ਨੇ। ਚੌਕੀ ਬਸ਼ੀਰਪੁਰ ਦੇ ਵਿੱਚ ਬੰਦੇ ਕੁੱਟ ਰਹੇ ਨੇ। ਯਾਰ ਇਹ ਤਾਂ ਤਰੀਕੇਕਾਰੀ ਨਾ ਵਜ਼ੀਰ ਆਜ਼ਮ ਦੀ ਹੋਣੀ ਚਾਹੀਦੀ ਹੈ, ਨਾ ਉਹਦੇ ਕਿਤੇ ਵਜ਼ੀਰ ਮੁਸੱਦੀ ਦੀ ਹੋਣੀ ਚਾਹੀਦੀ ਹੈ। ਕਿਸੇ ਤਰੀਕੇ ਵਿੱਚ ਨਾ ਕੋਈ ਨਾ ਇਹ ਮਿਹਰਬਾਨੀ ਕਰੇ, ਇਹਦਾ ਕੋਈ ਤਰੀਕੇਕਾਰੀ ਕਰੇ ਤੇ ਕਿਸਾਨ ਦਾਤਾ ਨਾਲ ਪਿਆਰ ਕਰੇ ਤੇ ਕਿਸਾਨ ਦਾ ਇਹਦੇ ਨਾਲ ਪਿਆਰ ਕਰੇ ਤੇ ਆਪਣਾ ਮੁਲਕ ਖੁਸ਼ਹਾਲ ਹੋਵੇ। ਆਮੀਨ। ਆਪਾਂ ਨੂੰ ਕੋਈ ਚੀਜ਼ਾਂ ਬਾਹਰੋਂ ਲੈਣ ਦੀ ਜ਼ਰੂਰਤ ਨਾ ਪਵੇ ਕਿ ਆਪਣੇ ਜ਼ਿਮੀਂਦਾਰਾਂ ਨੂੰ ਇਸੇ ਵਾਸਤੇ ਕਰਾਂਗੇ। ਹੋ ਸਕਦਾ ਹੈ ਕਿ 1 ਸਾਲ ਜ਼ਿਮੀਂਦਾਰ ਹੋਰ ਕੰਮ ਕਰੇਗਾ, ਕਿਸਾਨ 1 ਹੋਰ ਸਾਲ ਹੋਰ ਕਰੇਗਾ ਕਿ ਕਿਸਾਨ ਦਾ ਵਾਸਤੇ ਹਰ ਕੰਮ ਇਸ ਤਰ੍ਹਾਂ ਮੁਸ਼ਕਲ ਹੁੰਦਾ ਗਿਆ। ਬੱਤੀਆਂ ਦੇ ਬਿੱਲ, ਖਾਦਾਂ, ਡੀਜ਼ਲ, ਟਰੈਕਟਰ ਦੀਆਂ ਕੀਮਤਾਂ ਵੀ ਉਹਨਾਂ ਦੀਆਂ ਸਪੇਅਰ ਪਾਰਟਾਂ ਦੀਆਂ ਕੀਮਤਾਂ ਮੁਰੰਮਤ ਕਰਾਉਣ ਵਾਸਤੇ ਹਰ ਤਰੀਕੇਕਾਰੀ ਵਾਸਤੇ ਹਰ ਕੰਮ ਮੁਸ਼ਕਲ ਹੁੰਦਾ ਜਾਂਦਾ। ਇਸੇ ਤਰ੍ਹਾਂ ਕਿ ਠੀਕ ਹੈ ਅਸੀਂ ਆਨੇ ਕਿ ਚਲੋ ਮਹਿੰਗਾਈ ਕਰਨ ਲੇਕਿਨ ਕਿਸਾਨਦਾਰ ਦੀ ਜ਼ਿਮੀਂਦਾਰ ਦੀ ਵੀ ਮਹਿੰਗਾਈ ਕਰਨ ਨਾ ਕਿ ਉਹਦਾ ਕੋਈ ਰੇਟ ਵੀ ਤਰੀਕੇਕਾਰੀ ਨਾਲ ਬਣਾਇਆ ਜਾਵੇ ਕਿ ਜਿਸ ਤਰ੍ਹਾਂ ਤਰੀਕੇਕਾਰੀ ਹੁੰਦੀ ਕਿ ਆਲੂਆਂ ਦੀ ਬੋਰੀ ਹੈ ਕਿ 1500 ਰੁਪਏ ਦੀ ਦੇਵਨ, 2000 ਦੀ ਦੇਵਨ, 3000 ਦੀ ਦੇਵਨ ਕਿ ਜ਼ਿਮੀਂਦਾਰ ਭਰਾ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਮੇਰੀ ਇਹ 100 ਬੋਰੀ ਨਿਕਲਦੀ ਹੈ, ਇਹ 2000 ਦੀ 2 ਲੱਖ ਰੁਪਈਆ ਮੈਨੂੰ ਮਿਲਦਾ ਹੈ। ਉਹਦੇ ਵਿੱਚ ਉਹਨੇ ਆਦੇ ਖਰਚੇ ਗਿਣਨੇ ਨੇ ਵੀ ਇਹਦੇ 'ਚ ਮੈਨੂੰ ਅਦਾਫੀ ਕੀ ਬਚਦਾ ਪਿਆ। ਅਗਰ ਉਹਨੂੰ ਅਦਾਫੀ 2000 'ਚ ਨਹੀਂ ਬਚਦੇ ਉਹ ਨਾ ਬੀਜ ਸੀ ਕੋਈ ਹੋਰ ਜ਼ਮੀਨ ਹੋਰ ਫਸਲ ਬੀਜ ਲਵੇਗਾ। हरू मरू आलू कटने ने कि मुड़ा आलूआ की चीज़ अपनी इस है कि आप 1 साल ना कटिए ना अपना मुल्क बिल्कुल खत्म हो जाएगा कि आलू हर चीज़ के विच इस्तेमाल होने वाले ने। अच्छी सब्जी है कि एडी गड्डी सब्जी नहीं, पक्की सब्जी है, बहुत अच्छी सब्जी है
ਕਿ ਇਸ ਤੋਂ ਬਾਅਦ ਤੇ ਆਪਣਾ ਗੁਜ਼ਾਰਾ ਨਹੀਂ ਹੋ ਸਕਦਾ ਕਿ ਆਪਾਂ ਗੋਸ਼ਤ ਪਕਾਵਣਾ ਹੈ ਕਿ ਆਲੂ ਭਾਵਨੇ ਨੇ। ਹਰ ਚੀਜ਼ ਵਿੱਚ ਆਲੂ ਪੈਂਦੇ ਨੇ ਬਾਈ। ਪਕਾਵਣੇ ਨੇ ਵਿੱਚ ਆਲੂ ਭਾਵਨੇ ਨੇ, ਗਾਜਰਾਂ ਪਕਾਵਣੀਆਂ ਨੇ ਆਲੂ ਭਾਵਨੇ ਨੇ, ਜੋ ਚੀਜ਼ ਵੀ ਹੈ ਆਲੂ ਇਸਤੇਮਾਲ ਵਿੱਚ ਹੋ ਰਿਹਾ ਹੈ। ਇਹਦੀ ਤਰੀਕੇਕਾਰੀ ਕੋਨੇ ਮੰਡੀ ਤੇ ਬਹਿੰਦੇ ਵਾ ਤਾਜਰਾਂ ਨੂੰ ਫਾਇਦੇ ਨੇ, ਸਟੋਰ ਕਰ ਲੈਂਦੇ ਨੇ ਕਿ ਉਹਨਾਂ ਤਾਜਰਾਂ ਕੋਲ ਪੈਸਾ ਹੈ। ਜਿਸ ਜ਼ਿਮੀਦਾਰ ਕੋਲ ਹੁਣ ਕਿ ਮੁੰਜੀ ਹੈਗੀ ਸੀ ਨਾ, ਆਪਣੇ ਕੋਲ 1800 ਤੋਂ 2000 ਤੱਕ ਮੱਸੇ ਲਈ ਹੈ, ਉਹ 3000 ਦੀ ਹੋਈ ਪਈ ਹੈ। ਹੁਣ ਫਾਇਦਾ ਤਾਂ ਜ਼ਿਮੀਦਾਰ ਨੂੰ ਹੋਇਆ ਕਿ ਤਾਜਰ ਨੂੰ ਹੋਇਆ? ਤਾਜਰ ਨੂੰ ਹੋਇਆ ਨਾ। ਇਸ ਤਰ੍ਹਾਂ ਇਮਰਾਨ ਖਾਨ ਅੱਛਾ ਬੰਦਾ ਹੈ, ਲੇਕਿਨ ਜਿਵੇਂ ਅੱਛੇ ਬੰਦੇ ਤਰੀਕੇ ਨਾਲ ਉਹਨੇ ਆਖਿਆ ਸੀ ਕਿ ਮੈਂ ਵੀਰ ਗਰੀਬ ਬਰਾਬਰ ਕਰਾਂਦਾ, ਤੇ ਉਹਨੇ ਤਾਂ ਅੱਛਾ ਤਰੀਕਾ ਹੀ ਕੀਤਾ ਸੀ। ਲੇਕਿਨ ਸਾਨੂੰ ਪਤਾ ਲੱਗਿਆ ਵੀ ਹੁਣ ਉਹਨੇ ਅੱਛਾ ਤਰੀਕਾ ਇਹ ਵਰਤਿਆ ਹੈ ਵੀ ਗਰੀਬ ਅਮੀਰ ਬਰਾਬਰ ਹੀ ਕਰਨੇ ਨੇ, ਮਤਲਬ ਸਾਰੇ ਗਰੀਬ ਹੀ ਕਰਸੇ, ਸਾਰੇ ਗਰੀਬ ਹੀ ਕਰਨੇ ਨੇ। ਲੇਕਿਨ ਉਦੋਂ ਅਸਾ ਗੱਲ ਹੁੰਦੀ ਬੜੀ ਕੈਮੀਕਲ ਦੀ ਕਿ ਚੰਗੀ ਸਮਝੇ ਸੀ ਵੀ ਅਮੀਰ ਗਰੀਬ ਬਰਾਬਰ ਕਰਦੇ ਸੀ। ਲੇਕਿਨ ਸਾਡੇ ਅੱਗੇ ਹੁਣ ਸਵਾਲ ਆਇਆ ਹੈ ਕਿ ਉਹ ਸਵਾਲ ਵੇਖਿਆ ਗਿਆ ਹੈ ਕਿ ਉਹਦੇ ਵਿੱਚ ਬਿਲਕੁਲ ਉਹਨੇ ਫੈਸਲਾ ਠੀਕ ਹੀ ਕੀਤਾ ਹੈ ਕਿ ਹੁਣ ਅਮੀਰ ਵੀ ਗਰੀਬ ਤੇ ਗਰੀਬ ਵੀ ਗਰੀਬ ਬਰਾਬਰ ਹੀ ਕਰਦੇ। ਲੇਕਿਨ ਜਿਹੜੇ ਚੋਖੇ ਤਕੜੇ ਹੈਗੇ ਨੇ ਉਹ ਹਾਲੀ ਵੀ ਤਕੜੇ ਨੇ। ਜਿਹੜੇ ਚੋਖੇ ਤਗੜੇ ਨੇ ਉਹਨਾਂ ਕੇ ਤਗੜੇ ਨੇ, ਉਹਨਾਂ ਨੂੰ ਖਾਦਾਂ ਦੇ ਦੇਸੀ ਦਾ ਖਾਦ ਕਿਸਾਨ ਦਾਦ ਵਾਸਤੇ ਵੀ ਆਤੀ ਹੈ ਨਾ ਕਿ ਉਹ ਥਾਣਿਆਂ 'ਚ ਲੱਭਣੀ ਤਾਂ ਉਹਨੂੰ ਕਿਹਾ ਫਾਇਦਾ। ਸਹੀ ਬਾਤ। ਛੋਟੇ ਮਾਰੇ ਨੇ ਕਿ ਵੀਡੀਓ ਬਣ ਰਹੀ ਹੈ ਕਿ ਵਜ਼ੀਰੇ ਆਜ਼ਮ ਵੇਖੇ ਕਿ ਉਹਦੇ ਕੋਈ ਵਜ਼ੀਰ ਨੇ ਉਹ ਵੇਖਣ, ਥੱਲੇ ਕੋਈ ਵਜ਼ੀਰ ਨੇ ਉਹ ਵੇਖਣ ਕਿ ਉਹਦੇ ਵਿੱਚ ਸਾਡਾ ਜੋੜ ਵੀ ਬਣਾਵਣ, ਮੈਂ ਸਾਡੋ ਹੱਥ ਲੰਮਾ ਕਰ ਲੈ। ਸਹੀ ਬਾਤ। ਠੀਕ ਹੈ ਕਿ ਆਜ ਅੱਖੀ 'ਚ ਵੀਡੀਓ ਬੰਦਿਆਂ ਬਣਾਈ ਹੈ, ਵੇਖਿਆ ਨੇ ਪੁਲਿਸ ਵਾਲੇ ਸੋਟੇ ਪੇ ਮਾਰਦੇ ਨੇ। ਇਹ ਕਿਸਾਨ ਦਾਤ ਆਦੀ ਦਿਹਾੜੀ ਖਤਮ ਕਰਕੇ ਜਾਂਦਾ ਹੈ, ਇੱਕ ਉਹਨੂੰ ਸੋਟੇ ਵੱਜਦੇ ਨੇ, ਇੱਕ ਖਾਦ ਨਹੀਂ ਦਿੰਦੇ ਮੁੜੇ ਦੇ ਨਾਲ ਇੱਜ਼ਤ ਹੈ ਵੀ ਇਸ ਖਾਦ ਨੂੰ ਆਪਾਂ ਕਰਨਾ ਕੀ ਹੈ। ਜਿਹੜੀ ਖਾਦ ਨਾਲ ਅਸੀਂ ਪਿਆਰ ਕਰਨੇ, ਉਹ ਸਾਡੇ ਨਾਲ ਐਸਾ ਪਿਆਰ ਸਲੂਕ ਕਰ ਰਹੀ ਹੈ ਨਾ ਕਿ ਸਾਨੂੰ ਸੋਟੇ ਮਾਰਦੀ ਪਈ। ਸਹੀ ਬਾਤ। ਵੀ ਉਹਦੇ ਨਾਲ ਮੁੜ ਆਪਾਂ ਤਰੀਕੇਕਾਰੀ ਆਦ ਹੀ ਕਰੀਏ ਵੀ ਉਹ ਜ਼ਿਮੀਦਾਰਾ ਖਤਮ ਕਰ ਦਿੰਦੇ ਆ। ਅਸ਼ਰਫ ਭਾਈ ਬੜੇ ਮੁਲਕ ਦੇ ਨਾਲ ਪਿਆਰ ਨਹੀਂ ਬਣਦਾ ਤੇ ਆਪਾਂ ਜ਼ਿਮੀਦਾਰਾ ਖਤਮ ਕਰ ਦੇਣਾ, ਮੁਲਕ ਆਪੇ ਖਤਮ ਹੋ ਜਾਏਗਾ। ਅੱਲਾ ਮਾਫ ਕਰੇਗਾ, ਅੱਲਾ ਖੈਰ ਕਰੇਗਾ। ਇੱਕ ਮਿਸਾਲ ਹੈ ਕਿ ਜਿਹੜਾ ਆਪਾਂ ਇਸ ਤੋਂ 2 ਮਹੀਨੇ ਪਹਿਲੇ ਸੂਟ ਲੈਂਦੇ ਰਹੇ ਨਾ ਕਿ ਉਹ 1000 ਰੁਪਏ ਦਾ ਆਪਾਂ ਨੂੰ ਮਿਲਦਾ ਰਿਹਾ ਹੈ। ਅੱਜ ਉਹੀਓ ਕਪੜਾ ਉਹੀਓ ਤਰੀਕੇਕਾਰ ਇਜਾਜ਼ਤ ਲਈਏ ਉਹ 2000 ਰੁਪਏ ਦੀ ਮਿਲਦੀ ਪਈ ਹੈ। ਉਹਨਾਂ ਚੀਜ਼ਾਂ ਦੇ ਤਰੀਕੇਕਾਰੀ ਚੱਲ ਸਕਦੀ ਹੈ ਤੇ ਇਹ ਜ਼ਿਮੀਦਾਰ ਦੀ ਫਸਲ ਤੇ ਕੋਈ ਤਰੀਕੇਕਾਰੀ ਨਹੀਂ ਹੈਗੀ। ਇਹਦਾ ਵੀ ਕੋਈ ਤਰੀਕੇਕਾਰੀ ਕਰੇ ਨਾ ਕਿ ਆਹ ਫਿਕਸ ਰੇਟ ਆਲੂਆਂ ਦਾ ਹੈ, ਆਹ ਮੱਕੀ ਦਾ ਹੈ, ਆਹ ਮੁੰਜੀ ਦਾ ਹੈ, ਆਹ ਗੰਦਮ ਦਾ ਹੈ, ਜੋ ਵੀ ਚੀਜ਼ ਹੈਗੀ ਹੈ ਵੀ ਆਹ ਉਹਦਾ ਰੇਟ ਹੈ ਕਿ ਉਹਦੇ ਵਿੱਚ ਥੋੜਾ ਜਿਹਾ ਫਰਕ ਮੈਂ ਵੀ ਆਣਾ ਪਾਇਆ ਜਾਂਦਾ ਹੈ ਕਿ ਥੋੜੀ ਜਿਹੀ ਕੋਈ ਫਸਲ ਕਮਜ਼ੋਰ ਹੁੰਦੀ ਹੈ ਉਹਦਾ ਕੋਈ 100 ਰੁਪਇਆ ਲੈਸ ਹੋ ਜਾਵੇ। ਜਿਹੜੀ 16 ਨੇ ਫਸਲ ਹੈ ਕਿ ਉਹਦਾ ਰੇਟ ਫਿਕਸ ਹੀ ਹੋਣਾ ਚਾਹੀਦਾ ਹੈ ਵੀ ਉਹ 2000 ਦੀ 2500 ਦੀ 3000 ਦੀ ਹੈ ਕਿ ਉਹ ਹੋਣੀ ਚਾਹੀਦੀ ਹੈ। ਸਹੀ। ਅਸ਼ਰਫ ਭਾਈ ਆ ਜਿਹੜਾ ਬਿਜਲੀ ਦਾ ਬਿੱਲ ਹੈ ਨਾ, ਇਹ ਤਾਂ ਇੰਜ ਹੈਗਾ ਵੀ ਬੰਦਾ ਜਿਸ ਤਰੀਕੇ ਹੋਟਲ ਤੋਂ ਰੋਟੀ ਖਾ ਲਵੇ ਮਹੀਨਾ ਪਹਿਲੇ ਤੇ ਮਹੀਨੇ ਬਾਅਦ ਮਗਰ ਫਿਰ ਬਿੱਲ ਆ ਜਾਵੇ ਵੀ ਜਿਹੜਾ 1000 ਖਾਦੀ ਰੋਟੀ 1000 ਹੋਰ ਦਿਓ, ਤੁਹਾਡੇ ਖਾਤੇ 'ਚ ਰੋਟੀ ਖਾਦੀ ਸੀ। ਤੇ ਸੇਮ ਬਿਜਲੀ ਵਾਲਾ ਇਹ ਤਰੀਕਾ ਅਪਣਾਇਆ ਹੋਇਆ ਹੈ। ਬਿਜਲੀ ਵਾਲਾ ਇਹ ਤਰੀਕੇਕਾਰੀ ਹੈਗੀ ਹੈ। ਜੋ ਵੀ ਫੈਸਲਾ ਹੈਗਾ ਨਾ ਉੱਥੇ ਆਪ ਦਾ ਬੰਦਾ ਪਿਆ ਕਿ ਜ਼ਿਮੀਦਾਰ ਦਾ ਕੋਈ ਫੈਸਲਾ ਨਹੀਂ ਹੈਗਾ। ਜ਼ਿਮੀਦਾਰ ਨੂੰ ਤਾਂ ਪਤਾ ਹੀ ਕੋਈ ਨਹੀਂ ਦਾ ਵੀ ਮੇਰੀ ਫਸਲ ਵਿਕਣੀ ਕਿਵੇਂ ਹੈ, ਕੀ ਹੋਣਾ ਹੈ ਕੀ ਨਹੀਂ ਹੋਣਾ। ਇਹਦੀ ਤਰੀਕੇਕਾਰੀ ਵੀ ਮੀਆਂ ਇਮਰਾਨ ਖਾਨ ਨੂੰ ਮੈਂ ਸਲੂਟ ਵੀ ਮਾਰਨਾ, ਮਿਹਰਬਾਨੀ ਵੀ ਕਰਨਾ ਕਿ ਜੇ ਸੁੱਤਾ ਪਿਆ ਤੇ ਜਾਗੇ, ਆਦੀ ਆਵਾਮ ਨੂੰ ਵੇਖੇ। ਬਿਜਲੀ ਦੇ ਬਿੱਲ ਦੀ ਪਰ ਮਿਹਰਬਾਨੀ ਕਰੋ ਤੇ ਖਾਦ ਜਿਹੜੀ ਹੈ ਨਾ ਜ਼ਿਮੀਦਾਰ ਨੂੰ ਓਪਨ ਦਿਓ ਤੇ ਮਿਹਰਬਾਨੀ ਕਰੋ। ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈ। ਬਹੁਤ ਮਿਹਰਬਾਨੀ, ਜ਼ਿੰਦਾਬਾਦ। ਬਹੁਤ ਮਿਹਰਬਾਨੀ, ਸ਼ੁਕਰੀਆ ਜਨਾਬ ਅਸ਼ਰਫ ਭਾਈ। ਤੇ ਦੋਸਤੋ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਨੂੰ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।